अस्सलाम वालेकुम दोस्तों। लो जी दोस्तों, रंधावा व्लॉग यूट्यूब चैनल ते खुश आमदीद। हाँ जी, उम्मीद करते तमाम दो ठीक ठाक होणगे। लो जी दोस्तों, असीं अज मौजूद आई एम मकरम ट्रैक्टर वर्कशाप शाहकोट ते वर्कशाप के ओनर भाई वसीम साडे नाल मौजूद आ। इन्हां नाल असीं गलबात करदे। इन्हां कोल ट्रैक्टर आया फीएट 640 और ट्रैक्टर मुकम्मल तैयार किया वा। इन्हां नाल असीं गलबात करदे आ कि की कीता वा और इहदे ते किन्ना खर्चा आ गया। अस्सलाम वालेकुम भाई वसीम। वालेकुम सलाम जी। भाई वसीम, ये किहड़ा मॉडल है ट्रैक्टर? ये 19 मॉडल ट्रैक्टर है जी। ते इहनूं की कीता वा? ਇਹਦਾ ਨਿੱਕਾ ਮੋਟਾ ਜਿੰਨੀ ਮੇਨਟੇਨੈਂਸ ਹੈ ਸੀਗੀ ਸਾਰੀ ਇਹਦੀ ਕੀਤੀ ਆ ਤੇ ਲੈਦਰ ਸ਼ੈਦਰ ਇਹਦੇ ਪੈਣ ਵਾਲੇ ਸੀ ਉਹ ਪਾਏ ਨੇ ਤੇ ਬਾਕੀ ਜਿਹੜਾ ਬੰਪਰ ਸ਼ੰਪਰ ਇਹਦਾ ਨਵਾਂ ਲਾਇਆ ਵਾ ਤੇ ਸੀਟ ਇਹਦੀ ਨਵੀਂ ਲਾਈ ਆ ਤੇ ਟੇਪ ਵਗੈਰਾ ਜਿਹੜੀ ਇਹਦੇ ਨਵੀਂ ਲੱਗੀ ਆ। ਸਹੀ। ਕਿੰਨਾ ਖਰਚਾ ਆ ਗਿਆ ਇਹਦੇ ਤੇ ਹੁਣ ਇਹ ਤੱਕ? ਤਕਰੀਬਨ ਜਿਹੜਾ ਨਾ 85000 ਰੁਪਏ ਦਾ ਬੰਪਰ ਆਇਆ ਜੇ ਤੇ ਜਿਹੜੀ ਆ ਟੇਪ ਵੀ 30000 ਰੁਪਏ ਦੀ ਟੇਪ ਆਈ ਆ। ਟ੍ਰੇਪ ਵੀ ਜਿਹੜੀ ਆ ਜ਼ਬਰਦਸਤ ਤੁਹਾਨੂੰ ਚਲਾ ਕੇ ਦਾ ਸਾਊਂਡ ਵੀ ਚੈੱਕ ਕਰਾ ਦਾਂਗੇ। ਬਾਕੀ ਸੀਟ ਆ ਚੰਗੀ ਜਿਹੜੀ ਜ਼ਬਰਦਸਤ ਜਿਹੜੀ ਲੱਗੀ ਆ ਤੇ ਭਾਰੀ ਸੀਟ ਲੱਗੀ ਆ। ਇਹਦੇ ਕੋ ਅਗਲੇ ਮਗਰਲੇ ਹਿੱਸੇ ਦਾ ਵੀ ਕੰਮ ਕੀਤਾ ਟਰੈਕਟਰ ਦਾ? ਇਹ ਤੇ ਪਿਛਲੇ ਹਿੱਸੇ ਦਾ ਕੰਮ ਲੈਦਰ ਸ਼ੈਦਰ ਇਹਦੇ ਚੇਂਜ ਕੀਤੇ ਆ। ਸਹੀ ਦੀ ਇੰਜਨ ਉਂਜਨ ਜੇ ਉਹ ਸਾਰਾ ਬਾਕੀ ਸਾਰਾ ਠੀਕ ਆ। ਸਹੀ। ਹਾਂਜੀ। ਤੇ ਇਹ ਬੰਪਰ ਕਿੱਥੋਂ ਬਣਵਾਇਆ ਵਾ? ਇਹ ਬੰਪਰ ਹੈ ਜੀ ਜੜਾਂ ਵਾਲੇ ਲਿਆਂਦਾ ਇਹ। ਸਹੀ। ਹਾਂਜੀ। ਅੱਛਾ ਭਾਈ ਸੀ, ਮੈਂ ਏਡਾ ਵੱਡਾ ਬੰਪਰ ਲਾਉਣ ਦੀ ਕੀ ਵਜ੍ਹਾ ਵਾ? ਇਹ ਸ਼ੌਕ ਦਾ ਜੀ ਕੋਈ ਮੁੱਲ ਨਹੀਂ ਹੈਗਾ। ਇਹਦੇ ਨੂੰ ਵੀ ਲੋਕਾਂ ਨੇ ਬੜੇ ਵੱਡੇ ਬੰਪਰ ਲਾਏ ਆ, ਤੁਸੀਂ ਦੇਖੇ ਹੋਣੇ ਆ। ਬੜੀ ਡੈਕੋਰੇਸ਼ਨ ਕੀਤੀ ਆ। ਬਾਕੀ ਜਿਹੜਾ ਹੈਗਾ ਨਾ ਜ਼ਿਮੀਂਦਾਰਾਂ ਨੇ ਅਗਰ ਤੇ ਕੰਮ ਦੀ ਨੀਅਤ ਤੇ ਕਰਨਾ ਹੋਵੇ ਨਾ ਤੇ ਆ ਵੀ ਤਕਰੀਬਨ ਠੀਕ ਆ ਬੰਪਰ। ਸਾਦਾ ਆ ਵਾ ਲੇਕਿਨ ਇਹਦੇ ਨੂੰ ਵੀ ਬੜੀ ਜ਼ਿਆਦਾ ਜਿਹੜੀ ਡੈਕੋਰੇਸ਼ਨ ਹੁੰਦੀ ਆ। ਉਹ ਜਿਹੜੀ ਪਿੰਡਾਂ ਥਾਵਾਂ ਤੇ ਗਲੀਆਂ ਬਾਜ਼ਾਰ ਛੋਟੇ ਹੁੰਦੇ ਆ ਤੇ ਮੁੜ ਕੇ ਇਹਦਾ ਮਸਲਾ ਮਸਾਇਲ ਬਣਦਾ। ਬਾਕੀ ਜਿਹੜੀ ਆ ਡਰਾਈਵਰ ਨੂੰ ਇਹਦੀ ਸੀਟ ਪਿੱਛੇ ਲੱਗੀ ਹੋਵੇ ਡੈਕੋਰੇਸ਼ਨ ਵਾਲੀ ਜਾਂ ਕੋਈ ਵੀ ਚੀਜ਼ ਇੰਪਲੀਮੈਂਟ ਜਿਹੜਾ ਪਿਛਲਾ ਇਹਨੂੰ ਕੋਈ ਨਜ਼ਰ ਨਹੀਂ ਆਉਂਦਾ ਪਿਛਲੀ ਸਾਈਡ ਤੋਂ। ਜੋ ਮਰਜ਼ੀ ਦਿਲ ਕਰੇ ਪਿੱਛੋਂ ਹਰ ਸ਼ਾਟ ਟੁੱਟ ਜਾਵੇ, ਡਰਾਈਵਰ ਨੂੰ ਨਹੀਂ ਪਤਾ ਚੱਲਣਾ ਆਉਂਦਾ ਵੀ ਕੋਈ ਸ਼ਾਇਦ ਪਿੱਛੇ ਹੈ ਜਾਂ ਨਹੀਂ ਹੈ। ਉਹਨੂੰ ਦੂਰ ਜਾ ਕੇ ਦਿਲ ਕਰੇ ਪਤਾ ਲੱਗੇ ਵੀ ਸ਼ਾਇਦ ਮਗਰੋਂ ਕੋਈ ਟੁੱਟ ਗਈ ਆ। ਸਹੀ। ਅੱਛਾ, ਇਹ ਵਸੀਮ ਭਾਈ ਕੋ ਬੰਪਰ ਐਡੇ ਵੱਡੇ ਟਰੈਕਟਰ ਦਾ ਅਗਲੇ ਹਿੱਸੇ ਦਾ ਨੁਕਸਾਨ ਵੀ ਕਰਦੇ ਆ ਕਿ ਨਹੀਂ? ਇਹਦਾ ਲੋਡ ਤੇ ਪੈਂਦਾ ਜੀ। ਟਾਇਰ ਇਹਦੇ ਜਲਦੀ ਖਤਮ ਹੋ ਜਾਂਦੇ ਆ। ਬਾਕੀ ਜ਼ਿਆਦਾਤਰ ਤੇ ਲੋਡ ਇਹਦਾ ਪੈਂਦਾ ਵਾ। ਹੁਣ ਪਹਿਲੇ ਜਿਹੜੇ ਸੀ ਨਾ ਉਹ ਟਰੈਕਟਰ ਪਾਵਰ ਤੋਂ ਬਗੈਰ ਚੱਲਦੇ ਸੀਗੇ ਤੇ ਉਹ ਸਟੀਅਰਿੰਗ ਵੀ ਰਵਾਂ ਚੱਲਦੇ ਸੀ। ਲੋਕ ਗਰੀਸ ਵਗੈਰਾ ਜਿਹੜੀ ਟਾਈਮ ਨਾਲ ਦਿੰਦੇ ਰਹਿੰਦੇ ਸੀ। ਹੁਣ ਜਿਹੜੀ ਆ ਉਹ ਪਾਵਰ ਸਿਸਟਮ ਆ ਤੇ ਕੋਈ ਬੰਦਾ ਵੀ ਇਹਨੂੰ ਗਰੀਸ ਵਗੈਰਾ ਜਾਂ ਤੇਲ ਵਗੈਰਾ ਕੋਈ ਨਹੀਂ ਲਾਉਂਦਾ। ਉਹ ਇਦਾਂ ਹੀ ਪਾਵਰ ਜਿਹੜੀ ਆ ਉਹ ਧੱਕੀ ਜਾਂਦੀ। ਜਦੋਂ ਕਹਿ ਲਓ ਕਿ ਬਿਲਕੁਲ ਪਾਵਰ ਜਵਾਬ ਦੇ ਜਾਂਦੀ ਆ, ਫਿਰ ਉਹਦੀ ਮੇਨਟੇਨੈਂਸ ਦੁਬਾਰਾ ਕਰਾਉਣ ਲੱਗ ਪੈਂਦੇ, ਗਰੀਸਾਂ ਫਿਰ ਕਰਾਉਣ ਲੱਗ ਪੈਂਦੇ ਆ। ਇਹਦਾ ਕਿੰਨਾ ਕੁ ਵਜ਼ਨ ਅੰਦਾਜ਼ਨ ਬੰਪਰ ਦਾ? ਇਹ ਤਕਰੀਬਨ 2.5-3 ਮਣ ਦਾ ਬੰਪਰ ਹੋਏਗਾ ਅੰਦਾਜ਼ਾ ਸਾਡਾ। 3 ਕੁ ਮਣ ਦਾ ਹੋਏਗਾ। ਸਹੀ। ਤੇ ਹੋਰ ਇੱਧਰ ਇੱਕ ਖੋਲਿਆ ਗਾਜੀ ਮਰਦੇ ਨੂੰ ਕੀ ਰੌਲਾ? ਇਹਦਾ ਪਾਵਰ ਦਾ ਮਸਲਾ ਜੇ ਉਹੀ ਜਿਹੜੀ ਤੁਹਾਨੂੰ ਅੱਗੇ ਗੱਲ ਕਰਦੇ ਪਏ ਆ ਵੀ ਸਪਿੰਡਲ ਵਗੈਰਾ ਇਹਦੇ ਜਾਮ ਹੋ ਜਾਂਦੇ। ਇਹ ਪਾਵਰ ਇਹਦੀ ਜਵਾਬ ਦੇਗੀ ਆ। ਇਹ ਡੰਡੇ ਨੂੰ ਵੀ ਭਾਰੀ ਹੋ ਗਈ ਆ, ਹੁਣ ਕੰਮ ਨਹੀਂ ਕਰਦੀ ਪਈ। ਸਹੀ। ਤੇ ਇਹ ਕੀ ਨੁਕਸ ਕੀ ਨਿਕਲਿਆ? ਇਹਦਾ ਪੰਪ ਦਾ ਹੀ ਫਾਲਟ ਲੱਗਦਾ ਆ। ਬਾਕੀ ਅੱਜ ਤੇ ਰਸ਼ ਸੀਗਾ, ਚੈੱਕ ਨਹੀਂ ਹੋਇਆ। ਸਵੇਰ ਇਨਸ਼ਾਅੱਲਾ ਇਹਨੂੰ ਚੈੱਕ ਕਰਾਂਗੇ ਤੇ ਇਹਦਾ ਫਾਲਟ ਕੱਢਾਂਗੇ। ਸਹੀ। ਤੇ ਹੋਰ ਸਾਡੇ ਦੋਸਤਾਂ ਨੂੰ ਦਿਖਾ ਲਓ ਕਿਹੜੇ ਟਰੈਕਟਰ ਆਪਣੇ ਕੋ ਆਏ ਤੇ ਕੀ ਕੰਮ ਹੋਣ ਡਿਆ ਉਹਨਾਂ ਦਾ। ਬਾਕੀ ਆ ਵੀ ਗਾਜ਼ੀ ਟਰੈਕਟਰ ਆ ਤੇ ਇਹਦਾ ਜਿਹੜਾ ਵਾ ਤੇਲ ਵਗੈਰਾ ਚੇਂਜ ਕਰਨਾ ਵਾ ਤੇ ਬਾਕੀ ਇਹਦੀਆਂ ਨੋਜ਼ਲਾਂ ਵਗੈਰਾ ਕਰਾਈਆਂ ਨੇ। ਬਾਕੀ ਇੱਕ ਦੋ ਇਹਦੀ ਲੀਕੇਜ ਆ, ਜਿਹੜੀ ਇਹਦੀ ਲੀਕੇਜ ਵਗੈਰਾ ਹੋਏਗੀ ਉਹ ਕਦੀ ਕਰਾਂਗੇ। ਅੱਛਾ ਵਸੀਮ ਭਾਈ, ਇਹ ਗਾਜ਼ੀ ਜੋ ਆਇਆ ਇਹਨੂੰ ਹੈਡ ਗੈਸਕਟ ਦਾ ਬੜਾ ਮਸਲਾ ਹੁੰਦਾ, ਇਹਦੀ ਕੀ ਵਜ੍ਹਾ ਵਾ? ਇਹਦੀ ਵਜ੍ਹਾ ਇਹ ਆ ਕਿ ਜਿੱਦਾਂ ਕਹਿ ਲਓ ਕਿ ਇੱਕ ਧੰਨੀ ਦਾ ਵੱਛਾ ਹੁੰਦਾ ਤੇ ਇੱਕ ਸੰਡਾ ਹੁੰਦਾ ਨਾ। ਜਿਹੜਾ ਸੰਡਾ ਹੁੰਦਾ ਉਹਦੀ ਮਗਰ ਰੇੜੀ ਪਾ ਕੇ ਤੇ ਜਿਹੜਾ ਮਰਜ਼ੀ ਉੱਤੇ ਬਹਿ ਜਾਵੇ ਨਾ, ਉਹਨੇ ਜਿਹੜੀ ਆ ਨਾ ਰੇੜੀ ਟਪਾਈ ਜਾਣੀ ਆ ਖਾਲਿਆਂ ਬੰਦਿਆਂ ਤੋਂ। ਉਹਨੇ ਨਹੀਂ ਜ਼ੋਰੋਂ ਲਾਉਣਾ ਹਟਣਾ। ਬਾਕੀ ਜਿਹੜਾ ਧੰਨੀ ਦਾ ਵੱਛਾ ਹੁੰਦਾ ਉਹਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ। ਵਕਤੀ ਤੌਰ ਉਹਨੇ ਕਹਿ ਲਓ ਕਿ ਥੋੜ੍ਹੀ ਦੇਰ ਉਹਨੇ ਭੱਜਣਾ ਵਾ, ਮੁੜ ਕੇ ਉਹਦੀਆਂ ਲੱਤਾਂ ਭੁੱਲ ਜਾਂਦੀਆਂ। ਉਹੋ ਹੀ ਸਿਸਟਮ ਇਹਦਾ ਵਾ ਕਿ ਜ਼ਿਮੀਂਦਾਰਾਂ ਨੂੰ ਕੰਪਨੀ ਜਿਹੜੀ ਆ ਥੋੜ੍ਹਾ ਜਿਹਾ ਇਹਦਾ ਬਲਾਕ ਵੱਡਾ ਕਰ ਦਿੰਦੇ। ਇਹੋ ਹੀ ਜਿਹੜਾ ਇੰਜਣ ਵਾ, ਇਹੋ ਹੀ ਫੀਅਟ ਜਿਹੜਾ 100 ਬੋਰ 'ਚ ਆ, ਇਹੋ ਹੀ 104 ਬੋਰ 'ਚ ਆ ਤੇ ਪਿਸਟਨ ਵੱਡੇ ਹੋ ਗਏ ਨੇ। ਬਾਕੀ ਬਲਾਕ ਵੱਡਾ ਹੀ ਆ ਤੇ ਜਗ੍ਹਾ ਥੋੜੀ ਬਲਾਕ। ਹਾਂਜੀ, ਜਗ੍ਹਾ ਥੋੜੀ ਆ। ਜੇ ਇਹੋ ਹੀ ਇਹਨੂੰ ਜਿੱਦਾਂ ਯੂਨੀਵਰਸਲ ਹੈ ਸੀ 102 ਬੋਰ ਦੇ ਵਿੱਚ, ਯੂਨੀਵਰਸਲ ਪਹਿਲੇ ਚੱਲਦੇ ਸੀ। ਯੂਨੀਵਰਸਲ ਬਹੁਤ ਅੱਛਾ ਟਰੈਕਟਰ ਚੱਲਦਾ ਵਾ ਤੇ ਇਹ ਗਾਜ਼ੀ ਦੀ ਨਿਸਬਤ ਅਗਰ ਜੇ ਉਹ ਯੂਨੀਵਰਸਲ ਹੋ ਜੇ ਨਾ ਟਰੈਕਟਰ 102 ਬੋਰ ਤੇ ਉਹਦਾ ਗੈਸਕਟ ਦਾ ਮਸਲਾ ਵੀ ਨਹੀਂ ਬਣੇਗਾ ਤੇ ਟਰੈਕਟਰ ਵੀ ਬਿਹਤਰੀਨ ਚੱਲੇਗਾ। ਯਾਨੀ ਕਿ ਇਹਦਾ ਪਿਸਟਨ ਸਾਈਜ਼ ਥੋੜਾ ਜਿਹਾ ਘਟਾ ਦਿੱਤਾ ਹਾਂਜੀ, ਘਟਾ ਦਿੱਤਾ ਜਾਵੇ। ਛੋਟੇ ਫੀਅਟ ਤੋਂ ਵਧਾ ਦਿੱਤਾ ਜਾਵੇ। ਹਾਂਜੀ। ਸਹੀ। ਅੱਛਾ, ਇਹਦੇ ਵਿੱਚ ਬਲਾਕ ਹੈਡ ਸੇਮ 480 ਵਾਲਾ ਹੀ ਆਉਂਦਾ ਵਾ? ਹਾਂਜੀ, ਸਾਰਾ ਸੇਮ ਹੀ। ਇੱਕ ਸਿਰਫ ਪਿਸਟਨਾਂ ਦਾ ਫਰਕ ਹੁੰਦਾ, ਬਾਕੀ ਤਕਰੀਬਨ ਸੇਮ ਹੀ ਹਰ ਚੀਜ਼ ਹੁੰਦੀ। ਅੱਛਾ ਭਾਈ ਵਸੀਮ, ਇਹ ਜ਼ੋਰ ਕਾਹਤੋਂ ਜ਼ਿਆਦਾ ਲਾਉਂਦਾ 480 ਨੂੰ? ਉਹਦੀ ਕੀ ਵਜ੍ਹਾ? ਇਹਦੀ ਜਿੱਦਾਂ ਕੋਈ ਵੀ ਜਨਰੇਟਰ ਵਾ, ਮੋਟਰਸਾਈਕਲ ਆ, ਕਈ ਬੰਦੇ ਨੇ ਉਹਦਾ ਪਿਸਟਨ ਜਿਹੜਾ ਓਵਰ ਸਾਈਜ਼ ਦਾ ਜਦੋਂ ਪਾ ਲੈਂਦੇ ਨਾ ਉਹ ਖਿਚਾਈ ਵਧਾ ਜਾਂਦਾ ਵਾ, ਪਿਸਟਨ ਵੱਡਾ ਪੈ ਜਾਂਦਾ। ਇਹੋ ਹੀ ਸਿਸਟਮ ਇਹਦਾ ਵਾ ਕਿ ਇਹਦਾ ਜਿਹੜਾ ਫੀਅਟ ਦਾ ਪਿਸਟਨ ਹੁੰਦਾ ਵਾ 100 ਬੋਰ ਦਾ ਹੁੰਦਾ ਵਾ,
ਇਹਦਾ 104 ਬੋਰ ਦਾ ਹੁੰਦਾ। ਜਦੋਂ 104 ਬੋਰ ਦਾ ਹੁੰਦਾ ਵਾ ਉਹ ਜਿਹੜਾ ਨਾ ਇਹਦੀ ਤਾਕਤ ਜਿਹੜੀ ਉਹ ਵੱਧ ਜਾਂਦੀ ਆ। ਤੇ ਬਾਕੀ ਜਿਹੜਾ ਨਾ ਜਿਹੜਾ ਇਹ ਕਹਿ ਲਓ ਕਿ ਜਿੱਦਾਂ 480 ਆ ਨਾ, ਤੇ ਸਾਰੀ ਦਿਹਾੜੀ ਬੰਦਾ ਅਣਜਾਣ ਬੰਦਾ ਵੀ ਵਾਉਂਦਾ ਰਵੇ ਨਾ ਤੇ ਉਹਨੂੰ ਕੋਈ ਪਰਵਾਹ ਨਹੀਂ। ਤੇ ਇਹ ਜਿਹੜਾ ਬੰਦਾ ਜਾਣੀ ਜਾਣ ਬੰਦਾ ਹੀ ਵਾਵੇ, ਇਹ ਸਮਝੋ ਕਿ ਬੰਦਾ ਜਿਹੜਾ ਵਾ ਨਾ ਲੱਤਾਂ ਫੁੱਲਣ ਵਾਲਾ ਹਿਸਾਬ ਆ ਕਿ ਜਦੋਂ ਲਗਾਤਾਰ ਜਿਸ ਬੰਦੇ ਨੇ ਜ਼ਿਆਦਾ ਇਹਨੂੰ ਪੋਲ ਨਹੀਂ ਪਿੱਛੋਂ ਦੇਣਾ, ਕਿ ਮਸਲਨ ਨੱਪ ਕੇ ਪਿੱਛੋਂ ਲੀਵਰ ਰੱਖਣਾ ਜਾਂ ਇੰਪਲੀਮੈਂਟ ਕੋਈ ਵੀ ਪਾਇਆ ਵਾ ਤੇ ਲੋਡ ਪੂਰਾ ਇਹਦੇ ਇੰਜਨ ਤੇ ਰਹੇਗਾ ਨਾ, ਤੇ ਇਹਦਾ ਸਾਹ ਨਾ ਨਿਕਲਿਆ ਤੇ ਇਹਦਾ ਗੈਸਕਟ ਦਾ ਮਸਲਾ ਤੇ ਬਣਨਾ ਹੀ ਬਣਨਾ। ਸਹੀ ਭਾਈ ਵਸੀਮ, ਟਾਇਰ ਵੀ ਵੱਡੇ ਨਾ ਇਹਨੂੰ, ਟਾਇਰ 14 ਦੇ, ਟਾਇਰ ਇਹਨੂੰ 14 ਦੇ ਆ। ਕਰੋਨ ਵੀਲ ਜਿਹੜਾ ਵਾ ਇਹਨੂੰ 1447 ਦਾ 2 ਦਿਨ ਦੇ ਵੈਸੇ ਹੀ ਜ਼ਿਆਦਾ ਹੁੰਦੇ ਆ। ਜੇ ਅਗਰ ਇਹਨੂੰ ਗਾਜ਼ੀ ਨੂੰ ਅਗਰ ਟਾਇਰ ਜਿਹੜੇ 12 ਦੇ ਕਰ ਦਿੱਤੇ ਜਾਣ ਨਾ, ਜਾਂ ਕਰੋਨ ਵੀਲ ਜਿਹੜਾ ਵਾ ਇਹਦਾ 1247 ਦਾ ਕਰ ਦਿੱਤਾ ਜਾਵੇ ਕਿਸੇ ਚੀਜ਼ ਬਦਲਣ ਤੋਂ ਬਗੈਰ, ਤੇ ਇਨਸ਼ਾਅੱਲਾ ਟਰੈਕਟਰ ਦਾ ਗੈਸਕਟ ਦਾ ਮਸਲਾ ਨਹੀਂ ਬਣੇਗਾ। ਤੋਰਾ ਥੋੜਾ ਘਟ ਜਾਏਗਾ। ਹਾਂਜੀ, ਟੋਰਾ ਘਟ ਜਾਏਗਾ। ਸਾਡੇ ਇੱਕ ਟਰੈਕਟਰ ਚੱਲਦਾ ਪਿਆ ਵਾ, ਉਹਨੂੰ 14 ਦਾ ਕੜਾ ਪੀਨੀਅਨ ਸੀ, ਉਹਦਾ ਗੈਸਕਟ ਦਾ ਇਸ਼ੂ ਬਹੁਤ ਹੁੰਦਾ ਸੀਗਾ। ਡਰਾਈਵਰ ਵਗੈਰਾ ਚਲਾਉਂਦੇ ਸੀਗੇ, ਉਹਨਾਂ ਦੀ ਵਾਹੀ ਬਹੁਤ ਜ਼ਿਆਦਾ ਸੀਗੀ। ਉਹਨਾਂ ਨੇ ਹੁਣ ਕੀ ਕੀਤਾ ਕਿ ਉਹਨਾਂ ਨੂੰ 1247 ਦਾ ਕਰੋਨ ਵੀਲ ਪਾ ਕੇ ਦਿੱਤਾ ਵਾ। ਉਸ ਤੋਂ ਬਾਅਦ ਉਹਦਾ ਗੈਸਕਟ ਦਾ ਜਿਹੜਾ ਮਸਲਾ ਨਾ ਬਹੁਤ ਘੱਟ ਆਇਆ ਵਾ ਨੂੰ। ਸਹੀ। ਤੇ ਇਹ ਵਸੀਮ ਭਾਈ ਜਿਹੜੇ ਪੁਰਾਣੇ ਮਾਡਲ ਗਾਜ਼ੀ ਆਉਂਦੇ ਸੀ ਉਹ ਵੀ ਸਾੜਦੇ ਸੀ ਹੈਡ ਗੈਸਕਟ? ਇਹ ਜਿਹੜੇ ਗੈਸਕਟ ਸਾੜਨ ਲੱਗ ਪੈਂਦੇ ਨਾ ਟਰੈਕਟਰ ਜ਼ਿਆਦਾਤਰ, ਤੇ ਕੋਈ ਵੀ ਲੋਹਾ ਜਿਹੜਾ ਨਾ ਉਹ ਦੇਗ ਗਰਮ ਹੋ ਕੇ ਨਾ ਉਹ ਫੈਲਦੀ ਆ ਕਹਿ ਲਓ, ਤੇ ਠੰਡੀ ਹੋ ਕੇ ਸੁਗੜਦੀ ਆ। ਇਹ ਸਾਡੇ ਜਿਹੜੇ ਜ਼ਿਮੀਂਦਾਰ ਆ, ਹਰ ਬੰਦਾ ਅੱਜ ਕੱਲ੍ਹ ਪਹਿਲੋਂ ਸਮਝੋ ਕਿ ਸੁੱਤੇ ਰਹਿੰਦੇ ਜ਼ਿਮੀਂਦਾਰ, ਕੁਛ ਮਾਲੀ ਹਾਲਾਤ ਦੀ ਵਜ੍ਹਾ ਵੀ ਬਣ ਜਾਂਦੀ ਆ। ਬਾਕੀ ਜਦੋਂ ਜਿਹੜਾ ਵਾ ਜ਼ਿਮੀਂਦਾਰ ਆਉਂਦੇ ਨੇ ਉਹ ਕਹਿੰਦੇ ਨੇ ਉਸੇ ਟਾਈਮ ਹੀ ਉਹ ਟਰੈਕਟਰ ਨੂੰ ਖੋਲ੍ਹ ਲਿਓ। ਤੁਸੀਂ ਵੀ ਸਮਝਦੇ ਇਸ ਚੀਜ਼ ਨੂੰ, ਜਦੋਂ ਗਰਮ ਹੁੰਦਾ ਲੋਹਾ ਕੋਈ ਵੀ ਉਹ ਦੇਗ ਫੈਲੀ ਹੁੰਦੀ ਆ, ਉਹ ਹੁੰਦੇ ਹੀ ਹੱਡ ਪਟਾ ਦਿੰਦੇ ਨੇ। ਤੇ ਕੁਛ ਜਿਹੜੇ ਬੰਦੇ ਨੇ ਸਮਝਦੇ ਨੇ ਕੋਈ ਥੋੜ੍ਹੇ ਬਹੁਤ, ਉਹ ਉਸੇ ਟਾਈਮ ਨਹੀਂ ਪਟਾਉਂਦੇ, ਉਹ ਆਪ ਹੀ ਛੱਡ ਜਾਂਦੇ ਨੇ ਕਿ ਜਦੋਂ ਸਵੇਰ ਟਰੈਕਟਰ ਠੰਡਾ ਹੋਏਗਾ ਤੁਸੀਂ ਉਦੋਂ ਸਾਡਾ ਟਰੈਕਟਰ ਖੋਲ੍ਹਣਾ। ਸਹੀ। ਤੇ ਉਸ ਤੋਂ ਅੱਗੇ ਹੋਰ ਕਿਹੜੇ ਕਿਹੜੇ ਟਰੈਕਟਰ ਅੱਜ ਆਏ ਨੇ ਹੋਰ? ਉਸ ਤੋਂ ਅੱਗੇ ਇੱਕ ਗਾਜ਼ੀ ਟਰੈਕਟਰ ਅੱਗੇ ਆਪਣੇ ਕੋਲ ਖੁੱਲਾ ਵਾ ਬਰਾਮਦੇ ਦੇ ਵਿੱਚ, ਤੇ ਉਹ ਕਿਹੜਾ ਮਾਡਲ ਆ? ਉਹ ਤਕਰੀਬਨ 17-18 ਮਾਡਲ ਹੋਏਗਾ। ਸਹੀ। ਉਹਨੂੰ ਕੀ ਰੌਲਾ? ਉਹਦੀ ਵੀ ਸਾਰੀ ਓਵਰਹਾਲਿੰਗ ਮੇਨਟੇਨੈਂਸ ਕਹਿ ਲਓ ਕਿ ਹੁਣ ਸਰਵਿਸ ਵਗੈਰਾ ਹੀ ਕਹਿ ਲਓ ਕਰਨੀ ਆ। ਉਹਦੀ ਇੰਜਨ ਵੀ ਖੋਲਿਆ ਉਹਦਾ? ਨਹੀਂ, ਇੰਜਨ ਨਹੀਂ ਖੋਲਿਆ। ਉਹਦਾ ਰੈਡੀਏਟਰ ਵਗੈਰਾ ਵਾ, ਅਗਲੇ ਫਰੰਟ ਵੀਲ ਵਗੈਰਾ ਵਾ, ਪਾਵਰ ਦਾ ਵਾ, ਤੇਲ ਸ਼ੇਲ ਉਹਦੇ ਸਾਰੇ ਤਬਦੀਲ ਕਰਨੇ ਆ। ਸਹੀ। ਤੇ ਬਾਕੀ ਕੱਦੂ ਸ਼ੱਦੂ ਕੀਤੇ ਨੇ, ਹੰਡਾਲਕ ਦਾ ਉਹਦਾ ਇਸ਼ੂ ਆ, ਜਿਹੜਾ ਵੀ ਛੋਟਾ ਮੋਟਾ ਸਾਰਾ ਹੀ ਉਹਦਾ ਉਹਨੂੰ ਕਲੀਅਰ ਕਰਕੇ ਦੇਣਾ। ਇੱਧਰ ਇੱਕ ਬੁੱਢਾ ਸ਼ੇਰ ਵੀ ਖੁੱਲਾ ਪਿਆ। ਇਹ ਹਾਂਜੀ, ਇਹ ਹੈਗਾ ਇਹ ਤੁਰਕੀ ਮਾਡਲ ਹੀ ਟਰੈਕਟਰ, ਇਹ ਪੁਰਾਣਾ ਹੀ ਮਾਡਲ ਟਰੈਕਟਰ ਆ। ਤੇ ਇਹਦਾ ਜਿਹੜਾ ਬ੍ਰੇਕਾਂ ਦਾ ਮਸਲਾ ਵਾ, ਤੇ ਜਿਹੜੇ ਤੁਰਕੀ ਮਾਡਲ ਟਰੈਕਟਰ ਹੁੰਦੇ ਸੀ ਉਹਨਾਂ ਦੇ ਕਲੱਚ ਪਹਿਲੇ ਹੋਰ ਕਿਸਮ ਦੇ ਹੁੰਦੇ ਸੀ, ਦੁਬਾਰਾ ਚੇਂਜ ਹੋ ਜਾਂਦੇ। ਇਹਦੇ 77-78 ਮਾਡਲ ਆ। ਇਹਦਾ ਹੁਣ ਕਲੱਚ ਦਾ ਮਸਲਾ ਵਾ, ਤੇ ਬਾਕੀ ਬ੍ਰੇਕਾਂ ਦਾ ਮਸਲਾ ਵਾ। ਕਲੱਚ ਇਹਦਾ ਹਾਰਡ ਆ, ਤੇ ਬ੍ਰੇਕਾਂ ਵਗੈਰਾ ਇਹਦਾ ਮਸਲਾ ਇਹਦਾ ਹੱਲ ਹੋ ਗਿਆ ਵਾ। ਲੈਦਰ ਸ਼ੈਦਰ ਇਹਨੂੰ ਲਾਤੇ ਨੇ, ਤੇ ਬਾਕੀ ਜਿਹੜੀਆਂ ਵਾ ਕਲੱਚ ਇਹਦਾ ਸੁਬਾਹ ਖੋਲਾਂਗੇ ਤੇ ਇਨਸ਼ਾਅੱਲਾ ਉਹਨੂੰ ਵੀ ਜਿਹੜੇ ਵੀ ਉਹਦਾ ਫਾਲਟ ਹੋਇਆ ਕੱਢਾਂਗੇ।